ਹੋਇਆ ਸੀ ਚੈਡਵਿਕ ਆਇਆ। ਚੈਡਵਿਕ ਨੇ ਨਿਊਟਰੋਨ ਬਾਰੇ ਜੋ ਵਿਊਜ਼ ਦਿੱਤੇ ਸੀਗੇ ਉਹ ਆਪਾਂ ਡਿਸਕਸ ਕਰਾਂਗੇ। ਪਹਿਲਾਂ ਕੀ ਕੀਤਾ ਸੀ ਨਾ ਕਿ ਬਰੇਲੀਅਮ ਦਾ ਨਿਊਕਲੀਅਸ ਲੈਤਾ, ਉਹਦੇ ਉੱਪਰ ਅਲਫਾ ਪਾਰਟੀਕਲਸ ਨੂੰ ਸਟ੍ਰਾਈਕ ਕਰਵਾਇਆ ਸੀ। ਜਦੋਂ ਅਲਫਾ ਪਾਰਟੀਕਲਸ ਨੂੰ ਸਟ੍ਰਾਈਕ ਕਰਵਾਉਣ ਤੋਂ ਬਾਅਦ ਕੀ ਫਾਈਂਡ ਆਊਟ ਹੋਇਆ, ਕੁਝ ਰੇਡੀਏਸ਼ਨਸ ਬਾਹਰ ਨਿਕਲੀਆਂ। ਜੋ ਉਹ ਰੇਡੀਏਸ਼ਨ ਸੀ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਗਾਮਾ ਰੇਡੀਏਸ਼ਨਸ। ਠੀਕ ਹੈ, ਗਾਮਾ ਰੇਜ਼ ਕੀ ਹੁੰਦੀਆਂ? ਐਵੇਂ ਦੀਆਂ ਰੇਡੀਏਸ਼ਨਸ ਜਿਨ੍ਹਾਂ ਦੇ ਉੱਪਰ ਇਲੈਕਟ੍ਰਿਕ ਫੀਲਡ ਔਰ ਮੈਗਨੈਟਿਕ ਫੀਲਡ ਦਾ ਕੋਈ ਇਫੈਕਟ ਨਹੀਂ ਪੈਂਦਾ। ਠੀਕ ਹੈ, ਲੇਟਰ ਔਨ ਚੈਡਵਿਕ ਨੇ ਕਿਹਾ ਕਿ ਜੋ ਗਾਮਾ ਰੇਡੀਏਸ਼ਨਸ ਕਿਹਾ ਜਾਂਦਾ ਉਹ ਗਾਮਾ ਰੇਡੀਏਸ਼ਨਸ ਨਹੀਂ ਹੈ। ਜੋ ਇਹ ਗਾਮਾ ਰੇਡੀਏਸ਼ਨਸ ਨਹੀਂ ਹੈ ਤਾਂ ਫਿਰ ਇਹ ਕੀ ਹੈ? ਉਹਨੇ ਬੋਲਿਆ ਕਿ ਇਹ ਅਨਚਾਰਜਡ ਪਾਰਟੀਕਲਸ ਨੇ, ਨॉट ਗਾਮਾ ਰੇਜ਼ ਬਟ ਥੀਜ਼ ਆਰ ਅਨਚਾਰਜਡ ਪਾਰਟੀਕਲਸ। ਔਰ ਜੋ ਇਹ ਅਨਚਾਰਜਡ ਪਾਰਟੀਕਲਸ ਹੈ ਇਹਨਾਂ ਦਾ ਮਾਸ ਕਿਹਦੇ ਇਕੁਅਲ ਹੈ? ਮਾਸ ਆਫ ਪ੍ਰੋਟੋਨ ਦੇ ਅਪਰੋਕਸੀਮੇਟਲੀ ਇਕੁਅਲ ਹੈ। ਮਾਸ ਇਜ਼ ਇਕੁਅਲ ਟੂ ਮਾਸ ਆਫ ਪ੍ਰੋਟੋਨ। ਜੋ ਪ੍ਰੋਟੋਨ ਦਾ ਮਾਸ ਉਹਦੇ ਅਪਰੋਕਸੀਮੇਟਲੀ ਇਕੁਅਲ ਹੈ। ਤਾਂ ਚੈਡਵਿਕ ਨੇ ਇਸ ਟਾਈਪ ਦੇ ਅਨਚਾਰਜਡ ਪਾਰਟੀਕਲ ਨੂੰ ਕੀ ਨਾਮ ਦਿੱਤਾ ਸੀ? ਨਿਊਟਰੋਨਸ। ਤਾਂ ਰਿਐਕਸ਼ਨ ਕੀ ਹੋਈ? ਜੋ ਬਰੇਲੀਅਮ ਸੀ एटॉमिक नंबर 4 मास नंबर 9 ਉਹਦੇ ਉੱਪਰ ਕੀ ਹੈ? ਅਲਫਾ ਪਾਰਟੀਕਲ। ਅਲਫਾ ਪਾਰਟੀਕਲ ਕੀ ਹੁੰਦਾ? ਹੀਲੀਅਮ ਨਿਊਕਲੀਅਸ ਦੈਟ एटॉमिक नंबर 2 ਐਂਡ ਮਾਸ ਨੰਬਰ 4। ਜਦ ਸਟ੍ਰਾਈਕ ਕਰਵਾਇਆ ਤਾਂ ਕੀ ਬਣਿਆ? ਕਾਰਬਨ ਬਣ ਗਿਆ एटॉमिक नंबर 6 ਵਾਲਾ ਔਰ ਮਾਸ ਨੰਬਰ ਕਾਰਬਨ ਦਾ ਕਿੰਨਾ ਹੁੰਦਾ? 12। ਔਰ ਨਾਲ ਕੀ ਹੋਇਆ? ਨਿਊਟਰੋਨ ਬਾਹਰ ਨਿਕਲਿਆ। ਜੋ ਆ ਨਿਊ ਪਾਰਟੀਕਲ ਹੈ ਅਨਚਾਰਜਡ ਪਾਰਟੀਕਲ ਬਟ ਇਹਦਾ ਮਾਸ ਹੁੰਦਾ ਹੈ ਮਾਸ ਆਫ ਪ੍ਰੋਟੋਨ ਦੇ ਇਕੁਅਲ। ਇਹਨੂੰ ਨਿਊਟਰੋਨ ਬੋਲ ਦਿੰਦੇ ਆ। ਨਿਊਟਰੋਨ ਨੂੰ ਕਿੱਦਾਂ ਰਿਪਰੈਜ਼ੈਂਟ ਕਰਦੇ ਆ? ਐਨ ਸਾਈਨ ਦੇ ਨਾਲ। ਤਾਂ ਇਹਦੇ ਉੱਪਰ ਕੀ ਹੋਇਆ? ਅਨਚਾਰਜ ਪਾਰਟੀਕਲ ਨੀਚੇ ਆਪਾਂ ਚਾਰਜ ਰਿਪਰੈਜ਼ੈਂਟ ਕਰਦੇ ਹੁੰਦੇ ਆ ਦੈਟ ਇਜ਼ 0 ਬਟ ਮਾਸ ਕੀ ਹੈ? ਮਾਸ ਆਫ ਪ੍ਰੋਟੋਨ ਦੇ ਇਕੁਅਲ। ਤਾਂ ਅਸੀਂ ਉਹਨੂੰ ਕੀ ਲੈ ਲੈਂਦੇ ਆ? 1 0 1 ਯਾਨੀ ਕਿ ਨਿਊਟਰੋਨ ਹੋ ਗਿਆ। ਤੇ ਨਾਲ ਕੁਝ ਅਮਾਊਂਟ ਆਫ એનર્ਜੀ ਬਾਹਰ ਨਿਕਲੀ। ਉਸ એનર્ਜੀ ਨੂੰ ਅਸੀਂ ਕਿਊ ਦੀ ਫਾਰਮ ਦੇ ਵਿੱਚ ਲਿਖਦੇ ਹਾਂ। ਤਾਂ ਜੋ ਨਿਊਟਰੋਨ ਹੈ N01 ਇਹਦਾ ਮਤਲਬ 0 ਕੀ ਰਿਪਰੈਜ਼ੈਂਟ ਕਰਦਾ ਪਿਆ? ਚਾਰਜ ਔਰ 1 ਕੀ ਰਿਪਰੈਜ਼ੈਂਟ ਕਰਦਾ ਪਿਆ? ਮਾਸ। ਉਹਨਾਂ ਨੇ ਕੀ ਬੋਲਿਆ ਸੀ ਕਿ ਮਾਸ ਕਿਹਦੇ ਇਕੁਅਲ ਆ? 1 ਔਰ ਚਾਰਜ ਕੀ ਹੈ ਇਹਨਾਂ ਉੱਪਰ? 0। ਠੀਕ ਹੈ, ਤਾਂ ਜੋ ਇਹ ਅਨਚਾਰਜ ਪਾਰਟੀਕਲ ਹੈ ਇਹਨਾਂ ਨੂੰ ਡਿਸਕਵਰ ਕਰਨ ਦੇ ਲਈ ਜੋ ਚੈਡਵਿਕ ਸੀਗਾ ਉਹਨੂੰ ਇੱਕ ਪ੍ਰਾਈਜ਼ ਮਿਲਿਆ ਸੀ, ਨੋਬਲ ਪ੍ਰਾਈਜ਼। ਨੋਬਲ ਪ੍ਰਾਈਜ਼ ਕਦੋਂ ਮਿਲਿਆ ਸੀ? 1935 ਦੇ ਵਿੱਚ ਉਹਨੂੰ ਨੋਬਲ ਪ੍ਰਾਈਜ਼ ਮਿਲਿਆ ਸੀ। ਜੋ ਆ ਨਿਊਟਰੋਨ ਫਾਈਂਡ ਆਊਟ ਕਰ ਲਿਆ, ਇਸ ਨਿਊਟਰੋਨ ਦੀਆਂ ਪ੍ਰੋਪਰਟੀਜ਼ ਕੀ ਨੇ? ਫਸਟ ਹੈ ਕਿ ਨਿਊਟਰੋਨਸ ਵੀ ਜਿੱਦਾਂ ਇਲੈਕਟ੍ਰੋਨ ਪ੍ਰੋਟੋਨਸ ਨੂੰ ਐਲੀਮੈਂਟਰੀ ਪਾਰਟੀਕਲਸ ਕਿਹਾ ਜਾਂਦਾ, ਸੇਮ ਨਿਊਟਰੋਨਸ ਵੀ ਐਲੀਮੈਂਟਰੀ ਪਾਰਟੀਕਲਸ ਨੇ। ਔਰ ਇਹਨਾਂ ਦੇ ਉੱਪਰ ਜੋ ਮਾਸ ਹੈ ਉਹ ਕਿੰਨਾ ਹੁੰਦਾ? that is equal to 1.6748 into 10 raised to power minus 27 kg। तो फर्स्ट पॉइंट क्या है? न्यूट्रॉन्स आर कंस्टिट्यूएंट ऑफ न्यूक्लियस। न्यूक्लियस ਦਾ ਹੀ ਪਾਰਟ ਨੇ ਤੇ ਐਲੀਮੈਂਟਰੀ ਪਾਰਟੀਕਲਸ ਕੰਸੀਡਰ ਕੀਤਾ ਗਿਆ ਇਹਨਾਂ ਨੂੰ। ਇਹਨਾਂ ਉੱਪਰ ਮਾਸ ਕਿੰਨਾ ਹੈ? 1.6748 into 10 raised to power minus 27 kg। सेकेंड की है कि इन्हों पर कोई चार्ज नहीं है, अनचार्ज पार्टिकल आ। तो अगर कोई चार्ज नहीं है तो फिर इन्हों इलैक्ट्रिक फील्ड या फिर मैगनेटिक फील्ड नाल कोई फर्क नहीं पएगा। तो पॉइंट की है न्यूट्रॉन्स आर अनचार्ज पार्टिकल्स एंड हैंस द इलैक्ट्रिक एंड मैगनेटिक फील्ड हैव नो इफेक्ट ऑन। तो इन्हों की पेनिट्रेशन पावर भी बहुत ज़्यादा। पेनिट्रेशन पावर मतलब की होंगे? किसी भी मैटल की सरफेस के अंदर चले जाना, कितनी दूर तक जा सकते हो, उन्होंने पेनिट्रेशन पावर आ। तो इन्हों की बहुत ज़्यादा हाई पेनिट्रेशन पावर होंगी। तो नैक्सट पॉइंट की है? बीइंग न्यूट्रल दे पोसैस वेरी हाई पेनिट्रेशन पावर। जो न्यूट्रॉन्स ने न्यूक्लियस के अंदर तो वो स्टेबल ने बट अगर न्यूक्लियस तो बाहर निकाल दिए तो वो अनस्टेबल पार्टिकल्स ने तो वो बहुत जल्दी खत्म हो जाएंगे, मीनस डीकंपोज हो जाएंगे। उन्होंने हाफ लाइफ पीरियड बहुत थोड़ा, सिर्फ 12 मिनट है हाफ लाइफ पीरियड। तो ਅਸੀਂ बोल सकते हैं न्यूट्रॉन इज स्टेबल पार्टिकल विद इन द न्यूक्लियस, हाउएवर आउटसाइड द न्यूक्लियस न्यूट्रॉन इज अनस्टेबल पार्टिकल, द हाफ लाइफ पीरियड इज 12 मिनट। जो ये न्यूट्रॉन्स ने 0 1 ठीक है, ये किदां डीकंपोज होंदे ने?
ਹਾਈਡਰੋਜਨ ਐਟਮ ਬਣਾ ਦਿੰਦੇ ਆ ਪਲੱਸ ਇਲੈਕਟ੍ਰੋਨਸ ਬਾਹਰ ਨਿਕਾਲ ਦਿੰਦੇ ਆ ਪਲੱਸ these particles, this type of particles are called anti-neutrons. These are called anti-neutrons और इन्हां दी spin कितनी हुंदी है that is equal to 1/2 mass 0. ਨਿਊਟਰੋਨ ਦੀ ਸਪੀਡ ਨੂੰ ਅਸੀਂ ਘੱਟ ਕਰ ਸਕਦੇ ਹਾਂ। ਕਿੱਦਾਂ ਘੱਟ ਕਰ ਸਕਦੇ ਹਾਂ? ਅਗਰ ਅਸੀਂ ਹੈਵੀ ਵਾਟਰ ਵਿੱਚੋਂ ਪਾਸ ਕਰਵਾ ਦਈਏ ਜਾਂ ਫਿਰ ਪੈਰਾਫਿਨ ਵੈਕਸ ਚੋਂ ਪਾਸ ਕਰਵਾ ਦਈਏ, ਗ੍ਰੇਫਾਈਟ ਰੋਡ ਵਿੱਚੋਂ ਪਾਸ ਕਰਵਾ ਦਈਏ, ਤਾਂ ਜੋ ਇਹ ਚੀਜ਼ਾਂ ਨੇ ਗ੍ਰੇਫਾਈਟ ਰੋਡ, ਹੈਵੀ ਵਾਟਰ ਜਾਂ ਪੈਰਾਫਿਨ, ਕਿਹਦੀ ਤਰ੍ਹਾਂ ਕੰਮ ਕਰਦੇ ਆ? ਮੋਡਰੇਟਰ ਦੀ ਤਰ੍ਹਾਂ। ਮੋਡਰੇਟਰ ਕੀ ਕਰਦੇ ਆ? ਨਿਊਟਰੋਨ ਦੀ ਸਪੀਡ ਨੂੰ ਸਲੋ ਕਰ ਦਿੰਦੇ ਆ। ਤਾਂ ਮੋਡਰੇਟਰ ਦੀ ਤਰ੍ਹਾਂ ਕੌਣ ਕੰਮ ਕਰਦਾ? ਹੈਵੀ ਵਾਟਰ, पैराफिन, वैक्स और नेक्स्ट वन ग्रेफाइट। जो स्लो स्पीड न्यूट्रॉन आ, स्लो न्यूट्रॉन उन्होंने की बोलते हैं आर कॉल्ड थर्मल न्यूट्रॉन्स। ਨਿਊਟਰੋਨਸ ਮੋਸਟ ਹੈਲਪਫੁਲ ਹੁੰਦੇ ਆ ਨਿਊਕਲੀਅਰ ਰਿਐਕਸ਼ਨ ਦੇ ਵਿੱਚ। ਆਪਾਂ ਪੜ੍ਹ ਚੁੱਕੇ ਹੋਏ ਆ ਪਹਿਲਾਂ ਵਾਲੇ ਕਲਾਸਿਸ ਕਿ ਯੂਰੇਨੀਅਮ 92 235 ਰੇਡੀਓ ਐਕਟਿਵ ਐਲੀਮੈਂਟ ਹੈ। ਇਹਦੇ ਵਿੱਚ ਕੌਣ ਆ ਕੇ ਸਟਰਕ ਹੁੰਦਾ? ਨਿਊਟਰੋਨ। ਠੀਕ ਹੈ, ਔਰ ਇਹ ਬ੍ਰੇਕ ਡਾਊਨ ਹੋ ਜਾਂਦਾ। ਨਿਊਟਰੋਨ ਆ ਕੇ ਇਹਦੇ ਵਿੱਚ ਸਟਰਕ ਹੁੰਦਾ, ਬ੍ਰੇਕ ਡਾਊਨ ਹੋ ਜਾਂਦਾ ਬੇਰੀਅਮ ਤੇ ਕ੍ਰਿਪਟੋਨ ਦੇ ਵਿੱਚ, ਔਰ ਨਾਲ ਐਕਸਟਰਾ ਨਿਊਟਰੋਨ ਵੀ ਨਿਕਲਦੇ ਆ 3 ਨਿਊਟਰੋਨਸ। ਤਾਂ ਇਸ ਤਰ੍ਹਾਂ ਦੀਆਂ ਜੋ ਨਿਊਕਲੀਅਰ ਰਿਐਕਸ਼ਨਸ ਆ ਉਹਨਾਂ ਨੂੰ ਕਰਵਾਉਣ ਵਿੱਚ ਕੌਣ ਹੈਲਪ ਕਰਦਾ? ਨਿਊਟਰੋਨਸ। ਨੈਕਸਟ ਆਪਾਂ ਦੇਖਦੇ ਹਾਂ ਕੰਪੋਜੀਸ਼ਨ ਆਫ ਨਿਊਕਲੀਅਸ। ਨਿਊਕਲੀਅਸ ਕਿਸ ਕਿਸ ਤਰ੍ਹਾਂ ਦੇ ਪਾਰਟੀਕਲ ਤੋਂ ਬਣਿਆ ਹੋਇਆ। ਬਹੁਤ ਪਹਿਲਾਂ ਰਦਰਫੋਰਡ ਨੇ ਕੀ ਫਾਈਂਡ ਆਊਟ ਕੀਤਾ ਸੀਗਾ? ਅਲਫਾ ਪਾਰਟੀਕਲ ਦਾ ਸਕੈਟਰਿੰਗ ਐਕਸਪੈਰੀਮੈਂਟ ਕਰਵਾਇਆ ਸੀ ਗੋਲਡ ਫੋਇਲ ਦੇ ਨਾਲ। ਉਹਨੇ ਕੀ ਫਾਈਂਡ ਆਊਟ ਕੀਤਾ ਸੀ? ਜੋ ਨਿਊਕਲੀਅਸ ਆ ਉਹ ਸਮਾਲ ਸਾਈਜ਼ ਦਾ ਹੈ, ਸੈਂਟਰ ਦੇ ਵਿੱਚ ਪੋਜ਼ਿਟਿਵ ਚਾਰਜ ਕੰਸਨਟਰੇਟ ਹੋਇਆ ਹੋਇਆ। ਠੀਕ ਹੈ, ਇਟ ਮੀਨਸ ਸੈਂਟਰ ਦੇ ਵਿੱਚੋਂ ਕੀ ਐਟਮ ਪੋਜ਼ਿਟਿਵਲੀ ਚਾਰਜਡ ਹੈ, ਮੈਸਿਵ ਹੈ। ਉਹਨੇ ਫਾਈਂਡ ਆਊਟ ਕੀਤਾ ਸੀ ਕਿ ਸਾਈਜ਼ ਆਫ ਨਿਊਕਲੀਅਸ ਕੀ ਆ? ਅਪਰੋਕਸੀਮੇਟਲੀ ਇਕੁਅਲ ਟੂ 10⁻⁻14 ਮੀਟਰ। ਉਹਨੇ ਚੈੱਕ ਕੀਤਾ ਸੀਗਾ ਕਿ ਕੀ ਹੈ 10,000 ਟਾਈਮ ਸਮੋਲਰ ਦੈਨ size of an atom. This one is size of nucleus. This is 10,000 times smaller than size of an atom. Periodic table ਦੇ ਵਿੱਚ ਅਸੀਂ ਐਲੀਮੈਂਟਸ ਨੂੰ ਉਹਨਾਂ ਦੇ ਐਟੋਮਿਕ ਨੰਬਰ Z ਨਾਲ ਰਿਪਰੈਜ਼ੈਂਟ ਕਰਦੇ ਹਾਂ, ਮਾਸ ਨੰਬਰ A ਨਾਲ ਰਿਪਰੈਜ਼ੈਂਟ ਕਰਦੇ ਹਾਂ, ਔਰ ਜੋ ਐਲੀਮੈਂਟਸ ਹੁੰਦੇ ਹਨ ਇਨਕਰੀਜ਼ਿੰਗ ਆਰਡਰ ਆਫ देयर ਐਟੋਮਿਕ ਨੰਬਰ ਲਿਖਿਆ ਜਾਂਦਾ। ਠੀਕ ਹੈ, ਤਾਂ ਫਿਰ ਕੋਈ ਵੀ ਜਨਰਲ ਐਲੀਮੈਂਟ ਕੀ ਹੋਏਗਾ? X Z ਉੱਪਰ A ਕੀ ਹੈ? मास नंबर, एटॉमिक मास नंबर, Z की है एटॉमिक नंबर, और X की है नेम ऑफ द एलिमेंट, सिंबल ऑफ द एलिमेंट, सिंबल ऑफ एलिमेंट। जो न्यूक्लियस हुंदा वो किदा किदा कंबीनेशन हुंदा? न्यूक्लियस विच प्रोटॉन्स हुंदे आ प्लस न्यूट्रॉन्स हुंदे आ। ठीक है, प्रोटॉन प्लस न्यूट्रॉन दा कंबीनेशन की हुंदा? एटॉमिक मास नंबर मीन्स A is equal to Z plus N। सानू ये भी पता कोई भी न्यूट्रल एटम होएगा ਉਹਦੇ ਵਿੱਚ एटॉमिक नंबर is equal to number of protons is equal to number of electrons। कोई भी एटॉम मतलब नंबर है, एलिमेंट है, आइसोलेटेड एटम, तो ਉਹਦੇ ਵਿੱਚ ਜਿੰਨਾ ਦਾ ਐਟੋਮਿਕ ਨੰਬਰ ਹੋਏਗਾ ਨੰਬਰ ਆਫ ਪ੍ਰੋਟੋਨ ਔਰ ਨੰਬਰ ਆਫ ਇਲੈਕਟ੍ਰੋਨ ਦੇ ਇਕੁਅਲ ਹੋਏਗਾ। ਤਾਂ ਅਸੀਂ ਕਹਤਾ ਕਿੰਨੇ ਨੰਬਰ ਆਫ ਪ੍ਰੋਟੋਨ ਹੋਣਗੇ? ਅਗਰ ਕੋਈ ਐਲੀਮੈਂਟ ਜਿਹਦਾ ਐਟੋਮਿਕ ਨੰਬਰ Z ਹੈ, ਐਟੋਮਿਕ ਨੰਬਰ Z ਹੈ, ਇਟ ਮੀਨਸ ਉਹਦੇ ਵਿੱਚ ਨੰਬਰ ਆਫ ਪ੍ਰੋਟੋਨਸ ਕਿੰਨੇ ਹੋਣਗੇ? Z। ठीक है, नंबर ऑफ प्रोटॉन Z आ गए, तो फिर मास नंबर की होएगा? नंबर ऑफ प्रोटॉन प्लस नंबर ऑफ न्यूट्रॉन्स। तो असं लिखता Z प्लस N। N की है नंबर ऑफ न्यूट्रॉन, Z नंबर ऑफ प्रोटॉन्स ने। एग्जाम्पल लिए देख लेने सोडियम एटॉमिक नंबर 11 हुंदा, मास नंबर 23 हुंदा। इट मीनस Z इज इक्वल टू 11 और A इज इक्वल टू 23। अगर असी N फाइंड आउट करांगे किद्दां? N मीन्स नंबर ऑफ न्यूट्रॉन्स फाइंड आउट करने, दैट इज इक्वल टू A माइनस Z।
z इधर जाके माइनस हो जाएगा, इट मीन्स 23 माइनस 11 दैट इज इक्वल टू 12। नंबर ऑफ न्यूट्रॉन्स किन्ने आ गए फिर 12। ਨੈਕਸਟ ਆਪਾਂ ਗੱਲ ਕਰਦੇ ਹਾਂ ਪ੍ਰੋਟੋਨਸ ਬਾਰੇ। ਪ੍ਰੋਟੋਨਸ ਕੀ ਹੁੰਦੇ ਨੇ? ਪੋਜ਼ਿਟਿਵਲੀ ਚਾਰਜਡ ਪਾਰਟੀਕਲਸ। ਚਾਰਜ ਔਨ ਪ੍ਰੋਟੋਨ ਕੀ ਹੁੰਦਾ? 1.6 into 10 raised to power minus 19 coulomb, that is of plus. Mass on proton, that is MP, means mass on proton कितना ਹੁੰਦਾ mass? 1.6725 into 10 raised to power minus 27 kg। प्रोटॉन्स ਦੀ स्पिन कितनी ਹੁੰਦੀ है? 1/2। नेक्स्ट ਅਸੀਂ देखते हैं रेस्ट मास ऑफ जो प्रोटोन है वो की होएगा 1836 टाइम्स रेस्ट मास ऑफ इलेक्ट्रॉन ਦੇ इक्वल होएगा। न्यूट्रॉन्स ऊपर चार्ज की ਹੁੰਦਾ 0, पर जो न्यूट्रॉन है किहदे इक्वल होएगा 1836 टाइम्स रेस्ट मास ऑफ इलेक्ट्रॉन ਦੇ इक्वल। न्यूट्रॉन्स ऊपर इलैक्ट्रिक ते मैग्नेटिक फील्ड का कोई इफेक्ट नहीं पएगा। नैक्सट आप कुछ होर डेफिनेशंस देखते हैं दैट आर आइसोटॉप्स। नैक्सट आप डिस्कस करते हैं आइसोटॉप, आइसोबार एंड आइसोटोन्स बारे। ठीक है, फर्स्ट है आइसोटॉप्स। आइसोटॉप्स की होंगे एटम्स ऑफ द एलिमेंट्स हैविंग सेम अटोमिक नंबर बट डिफरेंट मास नंबर। मीन्स असी बोल सकते हैं कि अटोमिक नंबर सेम रहेगा बट मास नंबर है जो वो चेंज होता रहेगा। ठीक है, सेम अटोमिक नंबर बट डिफरेंट मास नंबर। तो असी बोल सकते हैं एटम्स ऑफ द एलिमेंट हैविंग सेम अटोमिक नंबर बट डिफरेंट मास नंबर। तो कुछ एग्जांपल्स असी देखांगे। अटोमिक नंबर सेम होना चाहिए, जिद्दां असी हाइड्रोजन के आइसोटॉप्स देखते हैं। अटोमिक नंबर 1 हुंदा हाइड्रोजन का, मास 1 हो सकता, 2 हो सकता, 3 हो सकता। अटोमिक नंबर 1 वाले नूं असी की बोलांगे हाइड्रोजन और मास भी 1 होवे। अटोमिक नंबर और 1 और मास नंबर 2 वाले नूं असी बोलांगे ड्यूटीरियम और 3 वाले नूं बोलांगे ट्राइटीरियम। ठीक है जी, नैक्सट असी एग्जाम्पल देख सकते हैं ये जिद्दां कार्बन के आइसोटॉप्स होंगे अटोमिक नंबर 6 बट मास नंबर एक 12 पॉसीबल है, एक 14। थर्ड असी एग्जाम्पल दे देंगे क्लोरीन की। अटोमिक नंबर 17 होंगे बट मास नंबर 35 भी पॉसीबल है और 37 भी पॉसीबल है। नैक्सट असी गल करते हैं आइसो बार्स की। आइसोबार्स की होंगे जिन्हां दा अटोमिक नंबर डिफरेंट होंदा बट मास नंबर सेम होंदा। जिद्दां असीं एग्जाम्पल गल कर सकते हैं कैल्शियम ते आर्गन दी। अटोमिक नंबर कैल्शियम का कितना होंदा 20, आर्गन का 18, बट मास नंबर दोनों का 40 होंदा। ठीक है, अटोमिक नंबर डिफरेंट हो गया बट मास नंबर सेम है। दिस इज ऑल्सो एग्जाम्पल ऑफ आइसोबार। नैक्सट असीं एग्जाम्पल देखते हैं हाइड्रोजन का एक असीं आइसोटॉप देखा सीगा ट्रिटीरियम ते दूसरा हीलियम न्यूक्लियस जिहदा अटोमिक नंबर 2 होवे, मास नंबर 3 होवे। ये भी की हो जाएंगे साडे कोल आइसोबार्स। नैक्सट असीं गल करांगे आइसोटोन्स दी। आइसोटोन्स की हुंदे ने जिन्हां दे विच नंबर ऑफ न्यूट्रॉन सेम रहन। ठीक है, दैट आर कॉल्ड आइसोटोन्स। एग्जाम्पल असीं देख सकते हैं पोटाशियम ते कैल्शियम दी। पोटाशियम का अटोमिक नंबर कितना होंदा है 19 और मास नंबर 39। कैल्शियम का अटोमिक नंबर 20, मास नंबर 40। ठीक है, सानू ये पता नंबर ऑफ न्यूट्रॉन्स किदां कड्ढी दे, नंबर ऑफ न्यूट्रॉन्स दैट इज इक्वल टू A माइनस Z। ये देखो A कितना 39, Z कितना 19, इट मीन्स दैट इज इक्वल टू 20। और इस केस चेक करो 40 माइनस 20 दैट इज ऑल्सो इक्वल टू 20। इट मीन्स नंबर ऑफ न्यूट्रॉन दोनों केसेस विच किन्ने आ गए 20। दिस इज ऑल्सो एग्जाम्पल ऑफ आइसोटोन्स।
ਨੈਕਸਟ ਅਸੀਂ ਐਗਜ਼ਾਮਪਲ ਦੇਖਦੇ ਹਾਂ ਬਰੇਲੀਅਮ ਤੇ ਬੋਰੋਨ ਦੀ। ਬਰੇਲੀਅਮ ਦਾ ਐਟੋਮਿਕ ਨੰਬਰ 4, ਬੋਰੋਨ ਦਾ 5। ਠੀਕ ਹੈ, ਬੋਰੋਨ ਦਾ ਮਾਸ ਨੰਬਰ 10, ਬਰੇਲੀਅਮ ਦਾ 9। ਹੁਣ ਅਸੀਂ ਚੈੱਕ ਕਰਦੇ ਹਾਂ ਨੰਬਰ ਆਫ ਨਿਊਟਰੋਨ, ਦੈਟ ਇਜ਼ ਇਕੁਅਲ ਟੂ A minus Z, 9 minus 4, that is equal to 5, or in this case 10 minus 5, that is also equal to 5। number of neutron 5 5 दोनों सेम आए। this is another example of isotones।